मेरी 14 साल ਦੀ ਸਾਲੀ ਕੁਝ ਦਿਨਾਂ ਦੇ ਲਈ ਸਾਡੇ ਘਰ ਰਹਿਣ ਲਈ ਆਈ। ਜਿਸ ਨੂੰ ਮੈਂ ਬੱਚੇ ਸਮਝ ਰਿਹਾ ਸੀ ਉਹ ਤਾਂ ਪੂਰੀ ਅੱਗ ਨਿਕਲੀ। ਮੇਰੀ ਪਤਨੀ ਹਸਪਤਾਲ ਵਿੱਚ ਦਾਖਲ ਸੀ, ਇਸ ਲਈ ਮੇਰੀ ਸੱਸ ਨੇ ਮੇਰੀ ਸਾਲੀ ਨੂੰ ਮੇਰੇ ਕੋਲ ਛੱਡ ਦਿੱਤਾ ਤੇ ਆਪ ਮੇਰੀ ਪਤਨੀ ਦੇ ਕੋਲ ਹਸਪਤਾਲ ਵਿੱਚ ਚਲੀ ਗਈ। ਮੈਂ ਸਾਲੀ ਨੂੰ ਬੱਚੀ ਸਮਝ ਕੇ ਆਪਣੇ ਕੋਲ ਪਾ ਲਿਆ ਤਾਂ ਕਿ ਉਹ ਨਵੇਂ ਘਰ ਵਿੱਚ ਡਰ ਨਾ ਜਾਵੇ। ਪਰ ਉਹਨੇ ਤਾਂ ਅੱਧੀ ਰਾਤ ਨੂੰ ਮੇਰੇ ਨਾਲ ਹੀ ਬੈੱਡ ਤੇ ਰਾਤ ਦੇ ਕਰੀਬ 1 ਵਜੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਮੈਂ ਜਾਣ ਗਿਆ ਸੀ ਕਿ ਮੇਰੀ ਸਾਲੀ ਨੂਰ ਹੀ ਹੋਵੇਗੀ, ਕਿਉਂਕਿ ਉਹ ਪੂਰੇ ਘਰ ਵਿੱਚ ਇਕੱਲੀ ਹੀ ਸੀ ਤੇ ਉਹ ਪਹਿਲੀ ਵਾਰ ਸਾਡੇ ਘਰ ਵਿੱਚ ਰਹਿਣ ਲਈ ਆਈ ਸੀ। ਇਸ ਕਰਕੇ ਉਹਨੂੰ ਡਰ ਲੱਗ ਰਿਹਾ ਹੋਵੇਗਾ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਸੀ। ਉਹ ਨਾਈਟੀ ਪਾ ਕੇ ਮੇਰੇ ਦਰਵਾਜ਼ੇ ਤੇ ਖੜੀ ਸੀ। ਮੈਨੂੰ ਦੇਖਦੇ ਹੀ ਕਹਿਣ ਲੱਗੀ ਕਿ ਜਸਮੀਤ ਜੀਜੂ ਜੀ, ਮੈਨੂੰ ਤੁਹਾਡੇ ਘਰ ਵਿੱਚ ਬਹੁਤ ਡਰ ਲੱਗ ਰਿਹਾ ਹੈ। ਕੀ ਮੈਂ ਤੁਹਾਡੇ ਕਮਰੇ ਵਿੱਚ ਰਾਤ ਗੁਜ਼ਾਰ ਸਕਦੀ ਹਾਂ? ਮੈਂ ਕਿਹਾ ਠੀਕ ਹੈ, ਤੂੰ ਮੇਰੇ ਕਮਰੇ ਵਿੱਚ ਹੀ ਸੌਂ ਜਾ। ਮੇਰੀ ਨਜ਼ਰ ਵਿੱਚ ਤਾਂ ਨੂਰ ਇੱਕ 14 ਸਾਲ ਦੀ ਬੱਚੀ ਸੀ, ਪਰ ਮੈਂ ਪਹਿਲੀ ਵਾਰ ਉਹਨੂੰ ਇਦਾਂ ਦੇਖ ਰਿਹਾ ਸੀ। ਉਹ ਤਾਂ ਕਿਸੇ ਗੁਲਾਬ ਦੀ ਕਲੀ ਦੀ ਤਰ੍ਹਾਂ ਲੱਗਦੀ ਸੀ। 14 ਸਾਲ ਦੀ ਉਮਰ ਵਿੱਚ ਹੀ ਉਸਦਾ ਸਰੀਰ ਪੂਰਾ ਜਵਾਨ ਹੋ ਗਿਆ ਸੀ। ਉਹ 14 ਸਾਲ ਦੀ ਉਮਰ ਵਿੱਚ ਹੀ ਐਵੇਂ ਲੱਗਦੀ ਸੀ ਜਿਵੇਂ 18-19 ਸਾਲ ਦੀ ਹੋਵੇ। ਉਹ ਰੰਗ ਦੀ ਬਹੁਤ ਗੋਰੀ ਚਿੱਟੀ ਸੀ। ਕਮਰੇ ਵਿੱਚ ਮੱਧਮ ਲਾਈਟ ਹੋਣ ਕਰਕੇ ਫਿਰ ਵੀ ਛੋਟੇ ਕੱਪੜਿਆਂ 'ਚ ਉਸਦੇ ਜਿਸਮ ਦਾ ਹਰ ਇੱਕ ਅੰਗ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ। ਉਸਦੇ ਸੌਣ ਲਈ ਮੈਂ ਸੋਫੇ ਤੇ ਸਿਰਹਾਣਾ ਰੱਖ ਦਿੱਤਾ ਤੇ ਖੁਦ ਬੈੱਡ ਤੇ ਲੇਟ ਕੇ ਮੋਬਾਈਲ ਚਲਾਉਣ ਲੱਗ ਪਿਆ। ਮੇਰੇ ਵਿਆਹ ਨੂੰ 6 ਸਾਲ ਹੋ ਗਏ ਸੀ ਤੇ ਮੇਰੇ ਵਿਆਹ ਵਾਲੇ ਟਾਈਮ ਨੂਰ 8 ਸਾਲ ਦੀ ਬੱਚੀ ਸੀ। ਮੇਰਾ ਆਪਣੇ ਸਹੁਰੇ ਘਰ ਜਾਣਾ ਬਹੁਤ ਹੀ ਘੱਟ ਹੁੰਦਾ ਸੀ, ਇਸ ਲਈ ਮੈਂ ਨੂਰ ਨੂੰ ਹਾਲੇ ਤੱਕ ਬੱਚੀ ਹੀ ਸਮਝ ਰਿਹਾ ਸੀ। ਪਰ ਮੈਨੂੰ ਕੀ ਪਤਾ ਸੀ ਕਿ ਉਹ ਤਾਂ ਪੂਰੀ ਕਿਆਮਤ ਬਣ ਚੁੱਕੀ ਹੈ। ਮੈਂ ਮੋਬਾਈਲ ਵਿੱਚ ਬਿਜੀ ਸੀ ਤੇ ਨੂਰ ਸੋਫੇ ਤੇ ਬੇਚੈਨ ਲੇਟੀ ਸੀ। ਰਾਤ ਵੇਲੇ ਮੋਬਾਈਲ ਤੇ ਇੱਕ ਤੋਂ ਇੱਕ ਵੱਧ ਕੇ ਇੱਕ ਚੀਜ਼ਾਂ ਸਾਹਮਣੇ ਆ ਰਹੀਆਂ ਸੀ। ਇਸ ਕਰਕੇ ਦਿਮਾਗ ਵਿੱਚ ਤਰ੍ਹਾਂ ਦੇ ਖਿਆਲ ਆ ਰਹੇ ਸੀ। ਮੈਂ ਨੂਰ ਨੂੰ ਆਵਾਜ਼ ਦੇ ਕੇ ਪੁੱਛਿਆ ਕਿ ਕੋਈ ਮਸਲਾ ਹੈ? ਨੂਰ ਕਹਿਣ ਲੱਗੀ, ਜੀਜਾ ਜੀ, ਇਹ ਸੋਫਾ ਬਹੁਤ ਹੀ ਛੋਟਾ ਹੈ ਤੇ ਮੇਰੇ ਪੈਰ ਸੋਫੇ ਤੋਂ ਬਾਹਰ ਜਾ ਰਹੇ ਨੇ। ਨੂਰ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਠੀਕ ਹੈ, ਤੂੰ ਬੈੱਡ ਤੇ ਸੌਂ ਜਾ, ਮੈਂ ਸੋਫੇ ਤੇ ਪੈ ਜਾਵਾਂਗਾ। ਨੂਰ ਜਿਵੇਂ ਹੀ ਬੈੱਡ ਤੇ ਆਈ ਮੈਂ ਸਿਰਹਾਣਾ ਲੈ ਕੇ ਉੱਠਣ ਲੱਗਾ, ਪਰ ਨੂਰ ਨੇ ਮੇਰਾ ਹੱਥ ਫੜ ਕੇ ਰੋਕ ਲਿਆ ਤੇ ਕਹਿਣ ਲੱਗੀ, ਜੀਜਾ ਜੀ, ਕੀ ਤੁਸੀਂ ਸਾਰੀ ਰਾਤ ਸੋਫੇ ਤੇ ਹੀ ਸੋਵੋਗੇ? ਤੁਹਾਨੂੰ ਸੋਫੇ ਤੇ ਨੀਂਦ ਨਹੀਂ ਆਵੇਗੀ, ਇਸ ਕਰਕੇ ਤੁਸੀਂ ਮੇਰੇ ਨਾਲ ਬੈੱਡ ਤੇ ਹੀ ਸੋ ਜਾਵੋ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮੇਰੇ ਲਈ ਨੂਰ ਦੇ ਜਿਸਮ ਤੋਂ ਆਪਣੀਆਂ ਨਜ਼ਰਾਂ ਹਟਾਉਣਾ ਬਹੁਤ ਹੀ ਮੁਸ਼ਕਲ ਹੋ ਰਿਹਾ ਸੀ ਤੇ ਮੈਂ ਵੀ ਬਹੁਤ ਮੁਸ਼ਕਲ ਨਾਲ ਬੈੱਡ ਦੇ ਦੂਸਰੇ ਸਾਈਡ ਤੇ ਲੇਟ ਗਿਆ ਤੇ ਮੋਬਾਈਲ ਚਲਾਉਣ ਲੱਗਾ। ਮੈਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਮੇਰੀ ਅੱਖ ਲੱਗ ਗਈ। ਹਲੇ ਮੈਨੂੰ ਸੁੱਤੇ ਹੋਏ ਨੂੰ ਥੋੜਾ ਵਕਤ ਹੀ ਹੋਇਆ ਸੀ ਕਿ ਅਚਾਨਕ ਮੇਰੀ ਅੱਖ ਖੁੱਲ ਗਈ ਤੇ ਮੇਰੇ ਰੌਂਗਟੇ ਖੜੇ ਹੋ ਗਏ। ਮੈਂ ਸੋਚ ਵੀ ਨਹੀਂ ਸਕਦਾ ਕਿ ਜਿਸ ਨੂੰ ਮੈਂ ਇੱਕ ਛੋਟੀ ਉਮਰ ਦੀ ਬੱਚੀ ਸਮਝ ਰਿਹਾ ਸੀ ਉਹ ਤਾਂ ਪੂਰਾ ਨਸ਼ਾ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸਮਝਾਇਆ ਤੇ ਫਿਰ ਅਗਲੇ ਪਲ ਹੀ ਨੂਰ ਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਕਿ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਨਾ ਚਾਹੁੰਦੇ ਹੋਏ ਵੀ ਮੈਂ ਉਸ ਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ। ਮੇਰੇ ਤੇ ਸੁਖਮਨ ਦੇ ਵਿਆਹ ਨੂੰ 6 ਸਾਲ ਹੋ ਗਏ ਸੀ ਤੇ ਇਹਨਾਂ 6 ਸਾਲਾਂ ਵਿੱਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਿਆ ਸੀ ਜਿਸ ਦਿਨ ਸੁਖਮਨ ਨੇ ਮੇਰਾ ਖਿਆਲ ਨਾ ਰੱਖਿਆ ਹੋਵੇ। ਸੁਖਮਨ ਮੈਨੂੰ ਦਿਨੇ ਮੇਰਾ ਖਿਆਲ ਰੱਖ ਕੇ ਤੇ ਰਾਤ ਨੂੰ ਮੇਰੇ ਨਾਲ ਪਿਆਰ ਕਰਕੇ ਮੈਨੂੰ ਬਹੁਤ ਖੁਸ਼ ਕਰਦੀ ਸੀ। ਮੇਰੀ ਤੇ ਸੁਖਮਨ ਦੀ ਪਹਿਲੀ ਮੁਲਾਕਾਤ ਕਾਲਜ ਵਿੱਚ ਹੋਈ ਸੀ ਤੇ ਅਸੀਂ ਦੋਨੋਂ ਇੱਕ ਦੂਜੇ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਏ ਸੀ। ਫਿਰ ਦੋਹਾਂ ਦਾ ਪਿਆਰ ਮੁਹੱਬਤ ਵਾਲਾ ਸਿਲਸਿਲਾ ਹੌਲੀ-ਹੌਲੀ ਵਿਆਹ ਤੱਕ ਪਹੁੰਚ ਗਿਆ। ਜਦੋਂ ਮੈਂ ਆਪਣੇ ਘਰ ਵਾਲਿਆਂ ਨੂੰ ਸੁਖਮਨ ਬਾਰੇ ਦੱਸਿਆ ਤਾਂ ਮੇਰੇ ਘਰ ਵਾਲਿਆਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਤੇਰਾ ਵਿਆਹ ਇੰਨੀ ਦੂਰ ਤੇ ਅਣਜਾਣ ਜਗ੍ਹਾ ਤੇ ਨਹੀਂ ਕਰਾਂਗੇ।
मैं अपनी मां नूं मनाउण दी बहुत कोशिश कीती, पर वो किसी भी कीमत विच नहीं मन्ने। तां मैं सुखमन नाल भज के विआह कर लिया। जदों इस बारे मेरे माँ प्यो नूं पता लग्या तां मैनूं उन्हां ने घरों कढ दिता, क्योंकि मैं कोई नौकरी नहीं करदा सी ते मेरे कोल कोई पैसे कमाउण दा साधन भी नहीं सी। ते जदों इस बारे सुखमन दे घर वालियां नूं पता लग्या ਤਾਂ ਉਹ ਵੀ ਸਾਡੇ ਵਿਆਹ ਦੇ ਖਿਲਾਫ ਹੋ ਗਏ ਸੀ। ਇਸ ਦੀ ਵਜ੍ਹਾ ਇਹ ਸੀ ਕਿ ਮੈਂ ਕੁਝ ਵੀ ਕਮਾਉਂਦਾ ਨਹੀਂ ਸੀ। ਬਹੁਤ ਮੁਸ਼ਕਲ ਨਾਲ ਸੁਖਮਨ ਦੇ ਘਰ ਵਾਲਿਆਂ ਨੂੰ ਰਾਜੀ ਕਰ ਲਿਆ ਸੀ, ਪਰ ਸੁਖਮਨ ਦੇ ਘਰ ਵਾਲਿਆਂ ਨੇ ਸਾਡੇ ਨਾਲ ਆਉਣਾ ਜਾਣਾ ਬੰਦ ਕਰ ਦਿੱਤਾ ਸੀ। ਕਾਫੀ ਦਿਨਾਂ ਤੱਕ ਮੈਂ ਤੇ ਸੁਖਮਨ ਨੇ ਫੁੱਟਪਾਥ ਤੇ ਜ਼ਿੰਦਗੀ ਗੁਜ਼ਾਰੀ ਸੀ। ਤੇ ਜਿਵੇਂ ਹੀ ਮੇਰੀ ਨੌਕਰੀ ਲੱਗੀ ਤੇ ਮੇਰੇ ਹਾਲਾਤ ਕੁਝ ਬਿਹਤਰ ਹੋ ਗਏ ਤਾਂ ਸੁਖਮਨ ਨੇ ਆਪਣੇ ਘਰ ਵਾਲਿਆਂ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ। ਪਰ ਹੁਣ ਉਹ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ, ਕਿਉਂਕਿ ਜਦੋਂ ਮੇਰੇ ਹਾਲਾਤ ਸਹੀ ਨਹੀਂ ਸੀ ਤਾਂ ਉਹਨਾਂ ਨੇ ਮੈਨੂੰ ਅਪਣਾਇਆ ਨਹੀਂ ਸੀ। ਤੇ ਇਸ ਕਰਕੇ ਹੀ ਮੈਂ ਆਪਣੇ ਸਹੁਰੇ ਘਰ ਨਾ ਬਰਾਬਰ ਜਾਂਦਾ ਸੀ। ਸਾਲ ਵਿੱਚ 1-2 ਵਾਰ ਹੀ ਜਾਂਦਾ ਸੀ। ਇਸ ਲਈ ਮੈਂ ਸੁਖਮਨ ਦੀ ਭੈਣ ਨੂਰ ਨੂੰ ਕਦੇ ਗੌਰ ਨਾਲ ਵੇਖਿਆ ਨਹੀਂ ਸੀ। ਨਾ ਹੀ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਹੁਣ 14 ਸਾਲ ਦੀ ਇੱਕ ਖੂਬਸੂਰਤ ਕੁੜੀ ਹੋ ਚੁੱਕੀ ਹੈ। ਰੱਬ ਨੇ ਸਾਨੂੰ ਬਹੁਤ ਦਿਨਾਂ ਤੱਕ ਔਲਾਦ ਲਈ ਨਾਰਾਜ਼ ਰੱਖਿਆ ਸੀ ਤੇ ਬਹੁਤ ਹੀ ਜ਼ਿਆਦਾ ਇਲਾਜ ਕਰਵਾਉਣ ਤੋਂ ਬਾਅਦ ਸੁਖਮਨ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ। ਮੇਰੇ ਘਰ ਵਾਲੇ ਤਾਂ ਹੈ ਨਹੀਂ ਸੀ, ਇਸ ਲਈ ਮੈਨੂੰ ਮਜਬੂਰਨ ਸੁਖਮਨ ਦੇ ਘਰ ਵਾਲਿਆਂ ਨੂੰ ਬੁਲਾਉਣਾ ਪਿਆ। ਤੇ ਜਦੋਂ ਅਸੀਂ ਸੁਖਮਨ ਨੂੰ ਹਸਪਤਾਲ ਲੈ ਕੇ ਗਏ ਸੀ ਤਾਂ ਡਾਕਟਰ ਨੇ ਸਾਨੂੰ ਕਹਿ ਦਿੱਤਾ ਸੀ ਕਿ ਸੁਖਮਨ ਨੂੰ 2-3 ਦਿਨਾਂ ਲਈ ਹਸਪਤਾਲ ਵਿੱਚ ਐਡਮਿਟ ਕਰਾਉਣਾ ਪਵੇਗਾ। ਇਸ ਦੌਰਾਨ ਸੁਖਮਨ ਨੂੰ ਕਈ ਛੋਟੀਆਂ-ਛੋਟੀਆਂ ਬਿਮਾਰੀਆਂ ਲੱਗ ਚੁੱਕੀਆਂ ਸੀ, ਇਸ ਲਈ ਇਹ ਕੇਸ ਥੋੜਾ ਮੁਸ਼ਕਲ ਹੋ ਗਿਆ ਸੀ। ਸੁਖਮਨ ਦੇ ਪਿਤਾ ਸ਼ਹਿਰ ਤੋਂ ਬਾਹਰ ਗਏ ਹੋਏ ਸੀ, ਇਸ ਲਈ ਸੁਖਮਨ ਦੀ ਮਾਂ ਨੇ ਉਹਦੀ ਛੋਟੀ ਭੈਣ ਨੂਰ ਨੂੰ ਸਾਡੇ ਘਰ ਵਿੱਚ ਛੱਡ ਦਿੱਤਾ ਸੀ, ਕਿਉਂਕਿ ਉਹ ਉਸ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ। ਮੈਂ ਬਹੁਤ ਚਿਰ ਬਾਅਦ ਸੁਖਮਨ ਦੀ ਛੋਟੀ ਭੈਣ ਨੂੰ ਵੇਖ ਰਿਹਾ ਸੀ ਤੇ ਮੈਂ ਉਹਨੂੰ ਵੇਖ ਕੇ ਦੰਗ ਰਹਿ ਗਿਆ ਸੀ। ਮੈਂ ਤਾਂ ਸਿਰਫ ਸੁਖਮਨ ਦੀ ਖੂਬਸੂਰਤੀ ਦਾ ਹੀ دیਵਾਨਾ ਸੀ, ਪਰ ਉਹਦੀ ਛੋਟੀ ਭੈਣ ਤਾਂ ਸੁਖਮਨ ਨਾਲੋਂ ਕਿਤੇ ਜ਼ਿਆਦਾ ਵੱਧ ਖੂਬਸੂਰਤ ਸੀ। ਮੈਂ ਉਹਨੂੰ ਵੇਖ ਕੇ ਸੁਖਮਨ ਨੂੰ ਭੁੱਲ ਹੀ ਗਿਆ ਸੀ। ਨੂਰ ਨੇ ਸੁਖਮਨ ਦੀ ਗੈਰ ਮੌਜੂਦਗੀ ਵਿੱਚ ਘਰ ਦੇ ਸਾਰੇ ਕੰਮ ਬੜੇ ਜ਼ਿੰਮੇਵਾਰੀ ਨਾਲ ਕੀਤੇ ਤੇ ਮੈਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਕਿ ਸੁਖਮਨ ਘਰ ਵਿੱਚ ਨਹੀਂ ਹੈ। ਉਹਨੇ ਬਹੁਤ ਹੀ ਵਧੀਆ ਘਰ ਦੇ ਸਾਰੇ ਕੰਮ ਕਰਕੇ ਸੌਣ ਦੀ ਤਿਆਰੀ ਕੀਤੀ ਤੇ ਹੁਣ ਮੈਂ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਸੀ। ਜਦੋਂ ਥੋੜੀ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੜਕਿਆ, ਮੈਂ ਜਾਣ ਗਿਆ ਸੀ ਕਿ ਨੂਰ ਆਈ ਹੈ। ਸ਼ਾਇਦ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ, ਪਰ ਮੈਂ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਕਿ ਉਹ ਤਾਂ ਇੱਥੇ ਕੁਝ ਹੋਰ ਹੀ ਇਰਾਦੇ ਨਾਲ ਆਈ ਹੈ। ਪਹਿਲਾਂ ਤਾਂ ਉਹ ਸੋਫੇ ਤੇ ਆਰਾਮ ਨਾਲ ਬੈਠ ਗਈ ਤੇ ਉਹ ਕਹਿਣ ਲੱਗੀ ਕਿ ਮੈਨੂੰ ਇਕੱਲੇਪਨ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ, ਕਿਉਂਕਿ ਇਹ ਘਰ ਮੇਰੇ ਲਈ ਬਿਲਕੁਲ ਨਵਾਂ ਹੈ। ਇਸ ਲਈ ਮੈਂ ਸੋਚਿਆ ਕਿਉਂ ਨਾ ਤੁਹਾਡੇ ਕਮਰੇ ਵਿੱਚ ਹੀ ਰਾਤ ਗੁਜ਼ਾਰ ਲਵਾਂ। ਮੈਂ ਨੂਰ ਨੂੰ ਕਿਹਾ ਕਿ ਤੂੰ ਵਧੀਆ ਕੀਤਾ ਜਿਹੜਾ ਇੱਥੇ ਆ ਗਈ, ਇਹ ਤੇਰਾ ਆਪਣਾ ਹੀ ਘਰ ਤੇ ਕਮਰਾ ਹੈ, ਤੂੰ ਬੜੇ ਆਰਾਮ ਨਾਲ ਸੌਂ ਸਕਦੀ ਏ। ਪਰ ਇਸ ਹਾਲਤ ਵਿੱਚ ਦੇਖ ਕੇ ਮੈਂ ਵਾਰ-ਵਾਰ ਉਹਨੂੰ ਦੇਖੀ ਜਾ ਰਿਹਾ ਸੀ। ਨੂਰ ਮੇਰੇ ਚਿਹਰੇ ਤੇ ਨਜ਼ਰਾਂ ਟਿਕਾਈ ਬਹੁਤ ਹੀ ਗੌਰ ਨਾਲ ਮੇਰੇ ਨਾਲ ਗੱਲਾਂ ਕਰ ਰਹੀ ਸੀ। ਹੌਲੀ-ਹੌਲੀ ਮੈਨੂੰ ਦੱਸ ਰਹੀ ਸੀ ਕਿ ਜਦੋਂ ਉਹਨੇ ਮੈਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੈਂ ਉਹਨੂੰ ਪਹਿਲੀ ਵਾਰ ਵਿੱਚ ਹੀ ਬਹੁਤ ਵਧੀਆ ਲੱਗਿਆ। ਉਸ ਵਕਤ ਉਹ ਸਿਰਫ 8 ਸਾਲ ਦੀ ਸੀ। ਉਹ ਕਹਿਣ ਲੱਗੀ, ਮੈਨੂੰ ਦੇਖਦੇ ਹੀ ਆਪਣੇ ਭੈਣ ਦੀ ਪਸੰਦ ਤੇ ਮਾਣ ਹੋਣ ਲੱਗਿਆ। ਨੂਰ ਕਹਿਣ ਲੱਗੀ ਕਿ ਮੈਂ ਉਸ ਦਿਨ ਤੋਂ ਬਾਅਦ ਉਹਦੇ ਖਿਆਲਾਂ ਵਿੱਚ ਬੈਠ ਗਿਆ। ਉਹ ਇਹੀ ਸੋਚ ਰਹੀ ਸੀ ਕਿ ਉਹਦੀ ਜ਼ਿੰਦਗੀ ਵਿੱਚ ਆਉਣ ਵਾਲਾ ਹਮਸਫਰ ਮੇਰੇ ਵਰਗਾ ਹੋਵੇ। ਨੂਰ ਮੇਰੇ ਨਾਲ ਗੱਲਾਂ ਕਰਦੇ ਕਰਦੇ ਬੈੱਡ ਤੇ ਲੇਟ ਗਈ। ਉਹ ਕਹਿਣ ਲੱਗੀ ਕਿ ਉਹਨੇ ਕਈ ਵਾਰ ਆਪਣੇ ਪਾਪਾ ਨਾਲ ਮੇਰੇ ਲਈ ਲੜਾਈ ਵੀ ਕੀਤੀ। ਉਹ ਚਾਹੁੰਦੀ ਸੀ ਕਿ ਉਹਦੇ ਪਾਪਾ ਮੈਨੂੰ ਮਾਫ ਕਰਕੇ ਹਮੇਸ਼ਾ ਲਈ ਮੈਨੂੰ ਅਪਣਾ ਲੈਣ, ਕਿਉਂਕਿ ਉਹ ਮੈਨੂੰ ਦੁਬਾਰਾ ਵੇਖਣਾ ਚਾਹੁੰਦੀ ਸੀ। ਉਹ ਮੇਰੇ ਲਈ
ਬੇਚੈਨ ਸੀ ਤੇ ਮੇਰੇ ਨਾਲ ਗੱਲਾਂ ਕਰਦੀ ਕਰਦੀ ਸੌਣ ਲੱਗੀ ਤੇ ਮੈਂ ਆਪਣਾ ਫੋਨ ਫਿਰ ਤੋਂ ਵੇਖਣ ਲੱਗ ਪਿਆ। ਕਮਰੇ ਦਾ ਮਾਹੌਲ ਅਚਾਨਕ ਹੀ ਗਰਮ ਹੋ ਗਿਆ ਸੀ। ਨੂਰ ਇੱਕ ਜਲਦੀ ਹੋਈ ਅੱਗ ਸੀ। ਮੈਂ ਤਾਂ ਉਹਨੂੰ ਇੱਕ ਛੋਟੀ ਬੱਚੀ ਸਮਝ ਰਿਹਾ ਸੀ, ਪਰ ਉਹਦੀ ਜਵਾਨੀ ਤਾਂ ਕਿਸੇ ਨੂੰ ਵੀ دیਵਾਨਾ ਕਰ ਸਕਦੀ ਸੀ। ਥੋੜੀ ਦੇਰ ਬਾਅਦ ਉਹ ਬੇਚੈਨੀ ਨਾਲ ਪਾਸੇ ਲੈਣ ਲੱਗੀ। ਮੇਰਾ ਧਿਆਨ ਭਟਕ ਕੇ ਵਾਰ-ਵਾਰ ਨੂਰ ਦੇ ਜਿਸਮ ਉੱਤੇ ਜਾ ਰਿਹਾ ਸੀ ਤੇ ਜਦੋਂ ਮੈਂ ਉਹਨੂੰ ਬੇਚੈਨ ਦੇਖਿਆ ਤਾਂ ਮੈਂ ਉਹਨੂੰ ਪੁੱਛ ਲਿਆ ਕਿ ਕੀ ਹੋਇਆ, ਤਾਂ ਉਹ ਕਹਿਣ ਲੱਗੀ ਸੋਫਾ ਬਹੁਤ ਹੀ ਘੱਟ ਆਰਾਮ ਦੇ ਰਿਹਾ ਹੈ ਤੇ ਮੈਂ ਸੋਫੇ ਤੇ ਆਰਾਮ ਨਾਲ ਨਹੀਂ ਸੌਂ ਸਕਦੀ। ਇੰਨਾ ਹੀ ਸੁਣਦੇ ਮੈਂ ਉਹਨੂੰ ਕਿਹਾ ਕਿ ਉਹ ਬੈੱਡ ਤੇ ਆ ਕੇ ਸੌਂ ਜਾਵੇ ਤੇ ਮੈਂ ਸੋਫੇ ਤੇ ਸੌਂ ਜਾਊਂਗਾ। ਉਹ ਜਿਵੇਂ ਹੀ ਬੈੱਡ ਤੇ ਆਈ ਤਾਂ ਮੈਂ ਉੱਠਣ ਲੱਗਿਆ ਤਾਂ ਨੂਰ ਨੇ ਮੇਰਾ ਹੱਥ ਫੜ ਕੇ ਰੋਕ ਲਿਆ ਤੇ ਕਿਹਾ, ਜੀਜਾ ਜੀ ਤੁਹਾਨੂੰ ਤਕਲੀਫ ਉਠਾਉਣ ਦੀ ਕੀ ਜ਼ਰੂਰਤ ਹੈ? ਇਹ ਤੁਹਾਡਾ ਆਪਣਾ ਹੀ ਘਰ ਹੈ। ਮੈਂ ਇੱਕ ਤਰਫ ਸੌਂ ਜਾਂਦੀ ਹਾਂ, ਦੂਜੇ ਪਾਸੇ ਤੁਸੀਂ ਸੌਂ ਜਾਵੋ। ਮੈਂ ਨੂਰ ਨੂੰ ਵੇਖ ਕੇ ਹੈਰਾਨ ਸੀ। ਮੈਂ ਵੀ ਆਰਾਮ ਕਰਨਾ ਚਾਹੁੰਦਾ ਸੀ। ਸਾਰਾ ਦਿਨ ਹਸਪਤਾਲ ਵਿੱਚ ਭੱਜ ਦੌੜ ਕਰਕੇ ਥੱਕ ਚੁੱਕਾ ਸੀ। ਮੈਂ ਬੈੱਡ ਦੇ ਇੱਕ ਕੋਨੇ ਤੇ ਹੋ ਕੇ ਲੇਟ ਗਿਆ ਤੇ ਆਪਣਾ ਫੋਨ ਵੇਖਣ ਲੱਗਿਆ। ਰੀਤੂ ਦੇ ਪਏ ਹੋਏ ਮੈਂ ਥੋੜਾ ਵੀ ਆਰਾਮ ਮਹਿਸੂਸ ਕਰ ਰਿਹਾ ਸੀ। ਫੋਨ ਦੇਖਦੇ ਹੋਏ ਮੈਂ ਕਦੋਂ ਸੌਂ ਗਿਆ ਮੈਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਜਿਵੇਂ ਕੋਈ ਮੇਰੇ ਜਿਸਮ ਤੇ ਹੱਥ ਫੇਰ ਰਿਹਾ ਹੋਵੇ। ਤੇ ਜਦੋਂ ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਆਇਆ ਤਾਂ ਮੈਨੂੰ ਅੰਦਾਜ਼ਾ ਹੋਇਆ ਕਿ ਨੂਰ ਮੇਰੇ ਕਰੀਬ ਲੇਟੀ ਹੈ ਤੇ ਨੂਰ ਮੈਨੂੰ ਛੇੜ ਰਹੀ ਹੈ। ਉਹ ਮੈਨੂੰ ਪਹਿਲਾਂ ਹੀ ਗੱਲਾਂ ਵਿੱਚ ਦੱਸ ਚੁੱਕੀ ਸੀ ਕਿ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਹੈ। ਮੈਂ ਇੱਕ ਮਰਦ ਸੀ ਤੇ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਮੈਂ ਆਪਣੇ ਆਪ ਨੂੰ ਨੂਰ ਤੋਂ ਅਲੱਗ ਨਹੀਂ ਰੱਖ ਸਕਿਆ ਤੇ ਮੈਂ ਵੀ ਪਾਸਾ ਲੈ ਕੇ ਨੂਰ ਦੇ ਕਰੀਬ ਹੋ ਗਿਆ। ਨੂਰ ਨੂੰ ਤਾਂ ਜਿਵੇਂ ਇਸ ਦਾ ਹੀ ਇੰਤਜ਼ਾਰ ਸੀ। ਜਿਵੇਂ ਹੀ ਉਹਨੂੰ ਮਹਿਸੂਸ ਹੋਇਆ ਕਿ ਮੈਂ ਉਹਦੇ ਕਰੀਬ ਹਾਂ ਤੇ ਉਹ ਫੌਰਨ ਹੀ ਆਪਣੇ ਜਜ਼ਬਾਤ ਮੇਰੇ ਤੇ ਲਟਾਉਣ ਲੱਗੀ। ਜਦੋਂ ਅਸੀਂ ਦੋਨੋਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਤਾਂ ਨੂਰ ਨੇ ਆਪਣੇ ਫੋਨ ਨਾਲ ਮੇਰੀਆਂ ਕਈ ਫੋਟੋਆਂ ਖਿੱਚੀਆਂ ਜਿਸ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਸੀ। ਮੈਂ ਨੂਰ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਫੋਟੋਆਂ ਨਾ ਖਿੱਚ, ਪਰ ਨੂਰ ਨੇ ਕਿਹਾ ਇਹ ਫੋਟੋ ਮੈਨੂੰ ਪੁਰਾਣੇ ਦਿਨ ਯਾਦ ਦਿਵਾਊਗੀ। ਮੈਂ ਉਹਦੀ ਇਸ ਗੱਲ ਤੋਂ ਬਹੁਤ ਖੁਸ਼ ਸੀ। ਮੈਂ ਕੁਝ ਵਕਤ ਲਈ ਭੁੱਲ ਗਿਆ ਸੀ ਕਿ ਮੇਰੀ ਪਤਨੀ ਹਸਪਤਾਲ ਵਿੱਚ ਦਾਖਲ ਹੈ ਤੇ ਕਿਸੇ ਵੀ ਵਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਨੂਰ ਦੇ ਨਾਲ ਰਾਤ ਗੁਜ਼ਾਰ ਕੇ ਜਿਵੇਂ ਕੋਈ ਕਿਲਾ ਫਤਿਹ ਕਰ ਲਿਆ ਹੋਵੇ, ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਬਰਬਾਦੀ ਦੀ ਸ਼ੁਰੂਆਤ ਹੋਣ ਵਾਲੀ ਹੈ। ਜਿਵੇਂ ਹੀ ਮੈਂ ਹਸਪਤਾਲ ਜਾਣ ਲੱਗਿਆ ਤਾਂ ਨੂਰ ਨੇ ਮੈਨੂੰ ਆਵਾਜ਼ ਦੇ ਕੇ ਰੋਕ ਲਿਆ ਤੇ ਮੇਰੇ ਕਰੀਬ ਆ ਕੇ ਕਹਿਣ ਲੱਗੀ ਕਿ ਜੀਜੂ ਤੁਸੀਂ ਜਾਂਦੇ ਜਾਂਦੇ ਮੈਨੂੰ ਕੁਝ ਪੈਸੇ ਦੇ ਦਿਓ, ਮੈਂ ਬਾਜ਼ਾਰ ਜਾਣਾ ਹੈ। ਨੂਰ ਦੀ ਗੱਲ ਸੁਣ ਕੇ ਮੈਂ ਬਟੂਏ ਵਿੱਚੋਂ 2-2000 ਦੇ 5 ਨੋਟ ਦੇ ਦਿੱਤੇ। ਮੇਰੇ ਹੱਥ 'ਚੋਂ ਪੈਸੇ ਲੈ ਕੇ ਨੂਰ ਦੇ ਚਿਹਰੇ ਤੇ ਖੁਸ਼ੀ ਆ ਗਈ। ਮੈਂ ਬਦਲੇ 'ਚ ਉਹਦਾ ਮੱਥਾ ਚੁੰਮ ਲਿਆ ਤੇ ਘਰ 'ਚੋਂ ਨਿਕਲ ਗਿਆ। ਮੈਂ ਸਾਰੇ ਰਸਤੇ ਖੁਸ਼ੀ-ਖੁਸ਼ੀ ਨਾਲ ਹਸਪਤਾਲ ਪਹੁੰਚਿਆ। ਉੱਥੇ ਮੇਰੀ ਪਤਨੀ ਸੁਖਮਨ ਦੀ ਹਾਲਤ ਬਹੁਤ ਖਰਾਬ ਸੀ। ਡਾਕਟਰ ਨੇ ਦੱਸਿਆ ਕਿ ਸੁਖਮਨ ਜ਼ਿੰਦਗੀ ਤੇ ਮੌਤ ਵਿੱਚ ਜੂਝ ਰਹੀ ਹੈ ਤੇ ਕੁਝ ਵੀ ਹੋ ਸਕਦਾ ਹੈ। ਸੁਖਮਨ ਦੀ ਮਾਂ ਵੀ ਬਹੁਤ ਪਰੇਸ਼ਾਨ ਹੋ ਗਈ। ਡਾਕਟਰ ਨੇ ਦੱਸਿਆ ਕਿ ਸੁਖਮਨ ਨੂੰ ਕੁਝ ਦਿਨਾਂ ਲਈ ਹਸਪਤਾਲ ਵਿੱਚ ਹੀ ਰੱਖਣਾ ਪਵੇਗਾ। ਇਹ ਸੁਣ ਕੇ ਨਾ ਜਾਣੇ ਮੈਨੂੰ ਪਤਾ ਨਹੀਂ ਕਿਉਂ ਅਜੀਬ ਜਿਹਾ ਮਹਿਸੂਸ ਹੋਇਆ। ਸੁਖਮਨ ਜਿੰਨੇ ਦਿਨ ਹਸਪਤਾਲ ਵਿੱਚ ਰਹਿੰਦੀ ਮੈਨੂੰ ਨੂਰ ਨਾਲ ਰਾਤ ਗੁਜ਼ਾਰਨ ਦਾ ਮੌਕਾ ਮਿਲ ਜਾਂਦਾ। ਮੈਂ ਡਾਕਟਰ ਨੂੰ ਕਿਹਾ ਕਿ ਮੇਰੀ ਪਤਨੀ ਤੇ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ। ਡਾਕਟਰ ਨੇ ਵੀ ਮੈਨੂੰ ਤਸੱਲੀ ਦਿੱਤੀ। ਮੈਂ ਦਿਨ ਭਰ ਹਸਪਤਾਲ ਵਿੱਚ ਰਿਹਾ ਤੇ ਰਾਤ ਦੇ ਵਕਤ ਸੁਖਮਨ ਦੀ ਮੰਮੀ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਨੂਰ ਘਰ ਵਿੱਚ ਇਕੱਲੀ ਹੋਵੇਗੀ, ਇਸ ਲਈ ਮੈਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਹਸਪਤਾਲ ਵਿੱਚ ਸੁਖਮਨ ਦੇ ਨਾਲ ਇੱਕ ਔਰਤ ਹੀ ਰੁਕ ਸਕਦੀ ਸੀ। ਜਦੋਂ ਮੈਂ ਹਸਪਤਾਲ ਤੋਂ ਘਰ ਵਾਪਸ ਆਇਆ ਤਾਂ ਨੂਰ ਬਹੁਤ ਹੀ ਖੁਸ਼ ਸੀ। ਉਹਨੇ ਬਹੁਤ ਸਾਰੀ ਸ਼ਾਪਿੰਗ ਕੀਤੀ ਸੀ ਤੇ ਉਹ ਮੈਨੂੰ ਇੱਕ ਇੱਕ ਕਰਕੇ ਸਾਰੇ ਕੱਪੜੇ ਪਾ ਕੇ ਦਿਖਾ ਰਹੀ ਸੀ। ਉਹਨੂੰ ਮੇਰੇ ਤੋਂ ਬਿਲਕੁਲ ਵੀ ਸ਼ਰਮ ਮਹਿਸੂਸ ਨਹੀਂ ਹੋ ਰਹੀ ਸੀ।
ਉਹ ਮੈਨੂੰ ਵਾਰ-ਵਾਰ ਵਰਗ ਲਾਉਣ ਦੀ ਕੋਸ਼ਿਸ਼ ਕਰਦੀ। ਅਚਾਨਕ ਹੀ ਉਹ ਮੈਨੂੰ ਪੁੱਛਣ ਲੱਗੀ ਕਿ ਮੈਂ ਸੁਖਮਨ ਦੀਦੀ ਦੀ ਅਲਮਾਰੀ ਖੋਲ ਕੇ ਵੇਖ ਸਕਦੀ ਹਾਂ। ਮੈਂ ਨੂਰ ਨੂੰ ਕਿਹਾ ਕਿ ਭਲਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ, ਤੇਰੀ ਭੈਣ ਦੀ ਹੀ ਅਲਮਾਰੀ ਹੈ। ਉਹਨੇ ਕਿਹਾ ਕਿ ਫਿਰ ਚਾਬੀ ਦੇ ਦਿਓ। ਮੈਂ ਚਾਬੀ ਦੇ ਦਿੱਤੀ। ਫਿਰ ਉਹ ਉੱਥੇ ਜਾ ਕੇ ਸੁਖਮਨ ਦੀ ਅਲਮਾਰੀ ਖੋਲ ਕੇ ਇੱਕ ਇੱਕ ਕਰਕੇ ਚੀਜ਼ਾਂ ਵੇਖਣ ਲੱਗੀ ਤੇ ਸੁਖਮਨ ਦੇ ਕੱਪੜੇ ਕੱਢ ਕੇ ਮੈਨੂੰ ਵਿਖਾਉਣ ਲੱਗੀ ਤੇ ਮੈਨੂੰ ਪੁੱਛਣ ਲੱਗੀ ਕਿ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਪਸੰਦ ਹੈ। ਮੈਂ ਇੱਕ ਨੀਲੇ ਰੰਗ ਦੇ ਸੂਟ ਤੇ ਹੱਥ ਰੱਖ ਦਿੱਤਾ ਤੇ ਨੂਰ ਨੂੰ ਕਿਹਾ ਇਹ ਸੁਖਮਨ ਤੇ ਬਹੁਤ ਹੀ ਜੱਚਦਾ ਹੈ। ਇਹ ਸੁਣਦੇ ਹੀ ਉਹ ਸੂਟ ਉਠਾ ਕੇ ਕਮਰੇ ਵਿੱਚੋਂ ਨਿਕਲ ਗਈ ਤੇ ਜਦੋਂ ਕਾਫੀ ਦੇਰ ਬਾਅਦ ਵਾਪਸ ਆਈ ਤਾਂ ਮੇਰੀਆਂ ਅੱਖਾਂ ਹੈਰਾਨ ਰਹਿ ਗਈਆਂ। ਉਹ ਸੁਖਮਨ ਦਾ ਸੂਟ ਪਹਿਨ ਕੇ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਅਚਾਨਕ ਹੀ ਉਹ ਮੇਰੇ ਸਾਹਮਣੇ ਆ ਕੇ ਮੇਰੇ ਤੋਂ ਪੁੱਛਣ ਲੱਗੀ ਕਿ ਇਹ ਸੂਟ ਮੇਰੇ ਵਧੀਆ ਲੱਗ ਰਿਹਾ ਹੈ ਜਾਂ ਫਿਰ ਦੀਦੀ ਦੇ ਵਧੀਆ ਲੱਗਦਾ। ਇਹ ਸੁਣਦੇ ਹੀ ਮੈਂ ਉਹਨੂੰ ਪਿਆਰ ਨਾਲ ਕਹਿਣ ਲੱਗਿਆ ਕਿ ਇਹ ਤੇਰੇ ਤੇ ਵੱਧ ਸੋਹਣਾ ਲੱਗ ਰਿਹਾ ਹੈ। ਸੁਖਮਨ ਤਾਂ ਇਹ ਪਾ ਕੇ ਇੰਨੀ ਵਧੀਆ ਨਹੀਂ ਲੱਗਦੀ ਜਿੰਨੀ ਤੂੰ ਲੱਗ ਰਹੀ ਏ। ਮੈਂ ਉਹਦੇ ਹੱਥ 'ਚੋਂ ਮੋਬਾਈਲ ਫੜ ਕੇ ਬੈੱਡ ਤੇ ਰੱਖ ਦਿੱਤਾ ਤੇ ਅਸੀਂ ਬੈੱਡ ਤੇ ਲੇਟ ਗਏ। ਨੂਰ ਸੱਚੀ ਹੀ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਸੋਚ ਨਹੀਂ ਸਕਦਾ ਸੀ ਕਿ 14 ਸਾਲ ਦੀ ਉਮਰ ਵਿੱਚ ਕੋਈ ਕੁੜੀ ਇੰਨੇ ਸੋਹਣੇ ਹੁਸਨ ਦੀ ਵੀ ਹੋ ਸਕਦੀ ਹੈ। ਪਰ ਨੂਰ ਤਾਂ ਹੁਸਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਸੀ। ਉਹ ਬਹੁਤ ਹੀ ਖੂਬਸੂਰਤ ਸੀ ਤੇ ਮੈਂ ਗੁਜ਼ਰਦੇ ਪਲ ਨਾਲ ਬਹਿਕਦਾ ਜਾ ਰਿਹਾ ਸੀ। ਸਵੇਰ ਹੁੰਦੇ ਹੀ ਜਦੋਂ ਮੈਂ ਹਸਪਤਾਲ ਪਹੁੰਚਾ ਤਾਂ ਮੈਨੂੰ ਪਤਾ ਲੱਗਿਆ ਮੇਰੀ ਪਤਨੀ ਨੇ ਇੱਕ ਮੁਰਦੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਮੇਰੀ ਤਾਂ ਹਾਲਤ ਬਹੁਤ ਖਰਾਬ ਹੋ ਗਈ ਤੇ ਪਤਨੀ ਦੀ ਵੀ ਹਾਲਤ ਬਹੁਤ ਖਰਾਬ ਹੋ ਗਈ ਸੀ। ਡਾਕਟਰ ਉਹਨੂੰ ਠੀਕ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੇ ਸੀ। ਸ਼ਾਮ ਤੱਕ ਸੁਖਮਨ ਦੀ ਹਾਲਤ ਕੁਝ ਠੀਕ ਹੋਈ ਤਾਂ ਉਹਨੂੰ ਛੁੱਟੀ ਦੇ ਦਿੱਤੀ। ਮੈਨੂੰ ਆਪਣੇ ਬੱਚੇ ਦੇ ਖੋਣ ਦਾ ਬਹੁਤ ਦੁੱਖ ਸੀ। ਮੈਂ ਸੁਖਮਨ ਨੂੰ ਘਰ ਲੈ ਆਇਆ। ਸੁਖਮਨ ਨੂੰ ਵੇਖ ਕੇ ਨੂਰ ਦਾ ਚਿਹਰਾ ਵੀ ਬਹੁਤ ਉਤਰ ਗਿਆ। ਉਹਨੇ ਇੱਕ ਅਜੀਬ ਜਿਹੀ ਨਜ਼ਰ ਸੁਖਮਨ ਤੇ ਪਾਈ ਤੇ ਕਮਰੇ ਵਿੱਚ ਚਲੀ ਗਈ। ਮੈਂ ਸੁਖਮਨ ਨੂੰ ਕਮਰੇ ਵਿੱਚ ਲਿਆ ਕੇ ਪਾ ਦਿੱਤਾ। ਉਹਦੀ ਮੰਮੀ ਨੇ ਸੁਖਮਨ ਦੀਆਂ ਸਾਰੀਆਂ ਦਵਾਈਆਂ ਬਾਰੇ ਮੈਨੂੰ ਸਮਝਾ ਦਿੱਤਾ। ਮੈਂ ਬੈਠਾ ਸੁਖਮਨ ਦੇ ਮੰਮੀ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਦੋਂ ਹੀ ਮੈਂ ਨੂਰ ਨੂੰ ਸੁਖਮਨ ਦੇ ਕਮਰੇ ਵੱਲ ਜਾਂਦਾ ਹੋਇਆ ਵੇਖਿਆ। ਮੇਰੇ ਚਿਹਰੇ ਤੇ ਇੱਕ ਡਰ ਜਿਹਾ ਆ ਗਿਆ, ਪਰ ਮੈਨੂੰ ਪਤਾ ਸੀ ਕਿ ਨੂਰ ਕੋਈ ਗੱਲ ਸੁਖਮਨ ਦੇ ਸਾਹਮਣੇ ਨਹੀਂ ਕਹੂਗੀ। ਥੋੜੀ ਦੇਰ ਬਾਅਦ ਨੂਰ ਕਮਰੇ 'ਚੋਂ ਵਾਪਸ ਆਈ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਚੱਲੋ ਹੁਣ ਆਪਾਂ ਘਰ ਚੱਲਦੇ ਹਾਂ। ਉਹ ਦੋਨੋਂ ਆਪਣੇ ਘਰ ਵਾਪਸ ਚਲੇ ਗਏ। ਮੈਂ ਨੂਰ ਨੂੰ ਆਖਰੀ ਵਾਰ ਵਿਦਾਈ ਦੀਆਂ ਨਜ਼ਰਾਂ ਨਾਲ ਵੇਖਿਆ ਕਿ ਹੁਣ ਸਾਡੇ ਦੋਨਾਂ ਦਾ ਮਿਲਣਾ ਬਹੁਤ ਹੀ ਮੁਸ਼ਕਲ ਹੈ। ਨੂਰ ਨੂੰ ਜਾਂਦਾ ਦੇਖ ਕੇ ਮੈਂ ਇੱਕ ਠੰਡੀ ਜਿਹੀ ਆ ਭਰੀ ਸੀ। ਥੋੜੀ ਦੇਰ ਬਾਅਦ ਜਦੋਂ ਮੈਂ ਦੁੱਧ ਦਾ ਗਿਲਾਸ ਲੈ ਕੇ ਆਪਣੇ ਕਮਰੇ ਵਿੱਚ ਪਹੁੰਚਿਆ ਤਾਂ ਮੈਂ ਸੁਖਮਨ ਨੂੰ ਕਿਹਾ ਕਿ ਕੋਈ ਗੱਲ ਨਹੀਂ, ਜੇਕਰ ਔਲਾਦ ਚਲੀ ਗਈ ਉੱਪਰ ਵਾਲਾ ਸਾਨੂੰ ਫਿਰ ਔਲਾਦ ਦੇ ਦੇਵੇਗਾ। ਮੇਰੀ ਗੱਲ ਸੁਣ ਕੇ ਸੁਖਮਨ ਨੇ ਮੈਨੂੰ ਬੜੀ ਅਜੀਬ ਨਜ਼ਰਾਂ ਨਾਲ ਵੇਖਿਆ ਤੇ ਕਹਿਣ ਲੱਗੀ ਜੋ ਮੈਂ ਖੋ ਦਿੱਤਾ ਹੈ ਉਹਨੂੰ ਦੁਬਾਰਾ ਪਾਉਣਾ ਮੁਮਕਿਨ ਨਹੀਂ ਹੈ। ਸੁਖਮਨ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਮੈਂ ਉਹਦੇ ਸਾਹਮਣੇ ਹੀ ਬੈਠ ਗਿਆ ਤੇ ਕਹਿਣ ਲੱਗਿਆ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ। ਸੁਖਮਨ ਮੈਨੂੰ ਕਹਿਣ ਲੱਗੀ ਕਿ ਨੂਰ ਮੇਰੀ ਸਕੀ ਭੈਣ ਨਹੀਂ ਹੈ, ਬਲਕਿ ਉਹ ਮੇਰੇ ਭੂਆ ਦੀ ਕੁੜੀ ਹੈ। ਭੂਆ ਦੇ ਮਰਨ ਤੋਂ ਬਾਅਦ ਪਾਪਾ ਉਹਨੂੰ ਘਰ ਲੈ ਆਏ, ਪਰ ਨੂਰ ਬਚਪਨ ਤੋਂ ਹੀ ਮੇਰੇ ਨਾਲ ਬਹੁਤ ਨਫ਼ਰਤ ਕਰਦੀ ਸੀ ਕਿਉਂਕਿ ਘਰ ਵਿੱਚ ਜਿਹੜੀ ਵੀ ਚੀਜ਼ ਸੀ ਉਹ ਮੇਰੀ ਸੀ ਤੇ ਉਹਨੂੰ ਹਰ ਚੀਜ਼ ਉਹੀ ਚਾਹੀਦੀ ਸੀ ਜੋ ਮੇਰੇ ਕੋਲ ਸੀ। ਪਾਪਾ ਨੇ ਉਹਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਹੋਣ ਨਹੀਂ ਦਿੱਤੀ। ਉਹਦੇ ਬਾਵਜੂਦ ਵੀ ਉਹ ਮੈਨੂੰ ਨਫ਼ਰਤ ਕਰਦੀ ਸੀ। ਉਹਦੀ ਨਜ਼ਰ ਹਰ ਉਹ ਚੀਜ਼ ਤੇ ਹੁੰਦੀ ਜਿਹੜੀ ਪਾਪਾ ਮੇਰੇ ਲਈ ਲੈ ਕੇ ਆਉਂਦੇ ਸੀ ਜਾਂ ਫਿਰ ਜਿਸ ਨੂੰ ਮੈਂ ਪਸੰਦ ਕਰਦੀ। ਜਦੋਂ ਮੇਰਾ ਵਿਆਹ ਤੇਰੇ ਨਾਲ ਹੋਇਆ ਤਾਂ ਤੁਸੀਂ ਮੇਰੇ ਘਰ ਆਉਂਦੇ ਜਾਂਦੇ ਨਹੀਂ ਸੀ ਤੇ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਤੇਰੇ ਤੇ ਆਪਣੀਆਂ ਨਜ਼ਰਾਂ ਨਹੀਂ ਜਮਾ ਪਾਵੇਗੀ, ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਮੈਨੂੰ ਇੰਨੀ ਨਫ਼ਰਤ ਕਰਦੀ ਹੋਵੇਗੀ ਕਿ ਉਹਨੇ
ਤੈਨੂੰ ਮੇਰੇ ਤੋਂ ਖੋਣ ਲਈ ਇਹ ਸਭ ਵੀ ਕਰ ਸਕਦੀ ਸੀ, ਜਿਸ ਦੇ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ। ਸੁਖਮਨ ਦੀਆਂ ਅੱਖਾਂ ਵਿੱਚ ਅਥਰੂ ਆ ਰਹੇ ਸੀ ਤੇ ਉਹ ਮੈਨੂੰ ਕਹਿ ਰਹੀ ਸੀ ਉਹਨੇ ਜਾਣ ਤੋਂ ਪਹਿਲਾਂ ਮੈਨੂੰ ਉਹ ਸਾਰੀਆਂ ਵੀਡੀਓਆਂ ਤੇ ਫੋਟੋਆਂ ਦਿਖਾ ਦਿੱਤੀਆਂ ਸੀ ਜਿਸ ਵਿੱਚ ਤੁਸੀਂ ਦੋਨੋਂ ਇਕੱਠੇ ਸੀ। ਸੁਖਮਨ ਦੀ ਗੱਲ ਸੁਣ ਕੇ ਮੈਂ ਸਦਮੇ ਵਿੱਚ ਆ ਗਿਆ। ਨੂਰ ਨੇ ਜਾਣਬੁੱਝ ਕੇ ਇਹ ਮਕਸਦ ਬਣਾਇਆ ਸੀ ਤੇ ਮੈਂ ਉਹਦੇ ਹੱਥਾਂ ਦਾ ਖਿਡੌਣਾ ਬਣ ਰਿਹਾ ਸੀ। ਸੁਖਮਨ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਸਿਰਫ ਨਫ਼ਰਤ ਹੀ ਰਹਿ ਗਈ ਸੀ। ਸੁਖਮਨ ਨੇ ਆਪਣੀ ਔਲਾਦ ਵੀ ਖੋ ਦਿੱਤੀ ਸੀ ਤੇ ਆਪਣਾ ਪਤੀ ਵੀ। ਮੈਂ ਸੁਖਮਨ ਦੇ ਅੱਗੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ। ਸੁਖਮਨ ਨੇ ਮੈਨੂੰ ਕਿਹਾ ਉਹ ਜਾਂਦੇ ਜਾਂਦੇ ਮੇਰੇ ਤੋਂ ਨੀਲਾ ਸ਼ੂਟ ਮੰਗ ਕੇ ਲੈ ਗਈ ਕਿਉਂਕਿ ਉਹ ਸ਼ੂਟ ਮੇਰੇ ਤੋਂ ਜ਼ਿਆਦਾ ਉਹਦੇ ਸਰੀਰ ਤੇ ਸੋਹਣਾ ਲੱਗਦਾ ਸੀ। ਮੈਨੂੰ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਸੁਖਮਨ ਦੀਆਂ ਗੱਲਾਂ ਨੇ ਮੈਨੂੰ ਜ਼ਮੀਨ ਵਿੱਚ ਗੱਡ ਦਿੱਤਾ ਹੋਵੇ। ਵਕਤ ਦੇ ਜਜ਼ਬਾਤ ਦੇ ਹੱਥੋਂ ਮੈਂ ਆਪਣੀ ਪੂਰੀ ਜ਼ਿੰਦਗੀ ਹਾਰ ਗਿਆ ਸੀ ਤੇ ਹੁਣ ਮੈਂ ਸੁਖਮਨ ਦੇ ਸਾਹਮਣੇ ਸਿਰ ਉਠਾ ਕੇ ਵੀ ਤੁਰ ਨਹੀਂ ਸਕਦਾ ਸੀ। ਨੂਰ ਨੇ ਕੁਝ ਦਿਨਾਂ ਬਾਅਦ ਹੀ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਹ ਮੇਰੇ ਤੋਂ ਹਰ ਵਾਰ ਪੈਸੇ ਦੀ ਡਿਮਾਂਡ ਕਰਦੀ ਤੇ ਮੇਰੇ ਪੈਸੇ ਨਾ ਦੇਣ ਤੇ ਉਹ ਮੈਨੂੰ ਮੇਰੀਆਂ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੰਦੀ। ਮੈਂ ਜਿਸ ਨੂੰ 14 ਸਾਲ ਦੀ ਸਿੱਧੀ ਸਾਦੀ ਬੱਚੀ ਸਮਝਦਾ ਸੀ ਉਹ ਤਾਂ ਇੱਕ ਤੂਫਾਨ ਸੀ ਜਿਸ ਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ। ਮੇਰੇ ਤੇ ਸੁਖਮਨ ਵਿੱਚ ਐਡੀ ਵੱਡੀ ਦਰਾਰ ਆ ਗਈ ਸੀ ਕਿਉਂਕਿ ਹੁਣ ਸੁਖਮਨ ਮੈਨੂੰ ਨਫ਼ਰਤ ਕਰਦੀ ਸੀ। ਵਕਤ ਤੇ ਹਵਸ ਨੇ ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਇਸ ਵਿੱਚ ਸਾਰੀ ਗਲਤੀ ਮੇਰੀ ਹੀ ਸੀ। ਮੈਨੂੰ ਆਪਣੇ ਹਵਸ ਤੇ ਕੰਟਰੋਲ ਕਰਨਾ ਚਾਹੀਦਾ ਸੀ ਤੇ ਮੈਂ ਇੱਕ ਵਾਰ ਵੀ ਸੁਖਮਨ ਦੇ ਬਾਰੇ ਨਹੀਂ ਸੋਚਿਆ ਕਿ ਜਦੋਂ ਉਹਨੂੰ ਇਹ ਸਭ ਪਤਾ ਲੱਗੇਗਾ ਤਾਂ ਉਹਦੇ ਤੇ ਕੀ ਬੀਤੇਗੀ। ਮੈਨੂੰ ਆਪਣੀ ਪਤਨੀ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਸੀ। ਜੇਕਰ ਤੁਸੀਂ ਆਪਣੀ ਪਤਨੀ ਨੂੰ ਸੱਚਾ ਪਿਆਰ ਕਰਦੇ ਹੋ ਤਾਂ ਤੁਸੀਂ ਕਿਸੇ ਹੋਰ ਕੁੜੀ ਦਾ ਆਪਣੇ ਦਿਮਾਗ ਵਿੱਚ ਖਿਆਲ ਲਿਆ ਵੀ ਨਹੀਂ ਸਕਦੇ। ਸੱਚਾ ਪਿਆਰ ਕਿਸੇ ਹੋਰ ਦੇ ਜਿਸਮ ਦੀ ਭੁੱਖ ਤੁਹਾਡੇ ਮਨ ਵਿੱਚ ਨਹੀਂ ਲਿਆ ਸਕਦਾ। ਨਾਲੇ ਬੇਗਾਨੇ ਜਿਸਮ ਤੁਹਾਡੀ ਹਵਸ ਨਹੀਂ ਮਿਟਾ ਸਕਦੇ। ਇਸ ਹਵਸ ਨੂੰ ਕਿੰਨੇ ਹੀ ਜਿਸਮ ਮਿਲ ਜਾਣ ਪਰ ਇਹਦੀ ਭੁੱਖ ਕਦੇ ਵੀ ਨਹੀਂ ਮਰੇਗੀ। ਜੇਕਰ ਤੁਸੀਂ ਸੱਚਾ ਪਿਆਰ ਕਰਦੇ ਹੋ ਤਾਂ ਤੁਹਾਡੀ ਨੀਅਤ ਵੀ ਵਿਗੜ ਨਹੀਂ ਸਕਦੀ। ਗਲਤ ਕੰਮ ਕਰਨ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਇਹ ਖਿਆਲ ਜ਼ਰੂਰ ਆਵੇਗਾ ਕਿ ਮੈਂ ਜਿਸ ਨੂੰ ਸੱਚਾ ਪਿਆਰ ਕਰਦਾ ਹਾਂ ਮੈਂ ਉਹਨੂੰ ਧੋਖਾ ਦੇਣ ਜਾ ਰਿਹਾ ਹਾਂ। ਸੱਚੇ ਪਿਆਰ ਦੀ ਨੀਂਹ ਸਿਰਫ ਵਿਸ਼ਵਾਸ ਹੀ ਹੁੰਦੀ ਹੈ। ਜੇਕਰ ਉਹ ਨਾ ਰਹੇ ਤਾਂ ਸੱਚਾ ਪਿਆਰ ਨਹੀਂ ਬਚਦਾ। ਕਦੇ ਵੀ ਆਪਣੇ ਪਿਆਰ ਦਾ ਭਰੋਸਾ ਨਾ ਟੁੱਟਣ ਦਿਓ। ਹਮੇਸ਼ਾ ਆਪਣੇ ਸੱਚੇ ਹਮਸਫਰ ਦਾ ਹੀ ਬਣ ਕੇ ਰਹੋ। ਬੇਗਾਨਾ ਜਿਸਮ ਤੁਹਾਨੂੰ ਚੰਦ ਮਿੰਟਾਂ ਦੀ ਖੁਸ਼ੀ ਤਾਂ ਦੇ ਸਕਦਾ ਹੈ ਪਰ ਪਤਨੀ ਦੇ ਪਿਆਰ ਵਾਲਾ ਹਮੇਸ਼ਾ ਲਈ ਸਕੂਨ ਨਹੀਂ ਦੇ ਸਕਦਾ ਤੇ ਕਈ ਵਾਰ ਇਹ ਚੰਦ ਮਿੰਟਾਂ ਦੇ ਜਿਸਮ ਦਾ ਸਕੂਨ ਤੁਹਾਡੀ ਜ਼ਿੰਦਗੀ ਵੀ ਬਰਬਾਦ ਕਰ ਸਕਦਾ ਹੈ। ਪਿਆਰ ਦੀ ਕਮੀ ਤਾਂ ਸਿਰਫ ਤੁਹਾਡੀ ਪਤਨੀ ਹੀ ਪੂਰੀ ਕਰ ਸਕਦੀ ਹੈ। ਇਸ ਲਈ ਕੋਈ ਵੀ ਪਤੀ ਪਤਨੀ ਹੋਵੇ ਆਪਣੇ ਹਮਸਫਰ ਨੂੰ ਧੋਖਾ ਨਾ ਦੇਵੋ। ਅਜਿਹਾ ਕੰਮ ਕਰਨ ਤੋਂ ਬਾਅਦ ਸਿਰਫ ਸ਼ਰਮਿੰਦਗੀ ਹੀ ਜ਼ਿੰਦਗੀ ਵਿੱਚ ਬਚ ਜਾਂਦੀ ਹੈ। ਅਜਿਹਾ ਘਟੀਆ ਤੇ ਗੰਦਾ ਕੰਮ ਕਰਨ ਤੋਂ ਬਾਅਦ ਤੁਹਾਡਾ ਹਮਸਫਰ ਤੁਹਾਡੇ ਨਾਲ ਸਿਰਫ ਨਫ਼ਰਤ ਹੀ ਕਰ ਸਕਦਾ ਹੈ। ਫਿਰ ਤੁਹਾਨੂੰ ਹਮੇਸ਼ਾ ਸ਼ਰਮਿੰਦਗੀ ਹੀ ਮਹਿਸੂਸ ਹੋਵੇਗੀ, ਨਾ ਹੀ ਪਹਿਲਾਂ ਵਾਲਾ ਤੁਹਾਡਾ ਪਤੀ ਪਤਨੀ ਵਾਲਾ ਰਿਸ਼ਤਾ ਬਚੇਗਾ। ਹਵਸ ਇੱਕ ਬਰਬਾਦੀ ਦੀ ਲਹਿਰ ਹੈ। ਇਸ ਹਵਸ ਨੇ ਪਤਾ ਨਹੀਂ ਅੱਜ ਤੱਕ ਕਿੰਨੇ ਘਰ ਬਰਬਾਦ ਕਰ ਦਿੱਤੇ ਨੇ ਤੇ ਕਿੰਨੇ ਹੀ ਰਿਸ਼ਤਿਆਂ ਨੂੰ ਚਕਨਾਚੂਰ ਕਰਕੇ ਤੋੜ ਦਿੱਤਾ। ਇਸ ਲਈ ਜਿੰਨਾ ਹੋ ਸਕੇ ਇਸ ਹਵਸ ਤੋਂ ਬਚੋ ਤੇ ਆਪਣੀ ਜ਼ਿੰਦਗੀ ਆਪਣੇ ਹਮਸਫਰ ਨਾਲ ਗੁਜ਼ਾਰੋ ਤੇ ਉਹਨੂੰ ਰੱਜ ਕੇ ਪਿਆਰ ਦਿਓ ਤੇ ਉਸ ਨਾਲ ਖੁਸ਼ ਰਹੋ। ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ।